ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ। ਕੀ ਤੁਸੀਂ ਇਹ ਗੱਲ ਜਾਣਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪਵਿੱਤਰ ਅਸਥਾਨ ਤੇ ਆਪਣੇ ਚਰਨ ਪਾਏ ਸੀ? ਕਿਹੜੇ ਦੋ ਗੁਰੂ ਸਾਹਿਬਾਨ ਹਰਿਮੰਦਰ ਸਾਹਿਬ ਨਹੀਂ ਆਏ? ਕਿਸ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਇੱਕ ਨਕਲੀ ਸਰੋਵਰ ਬਣਾ ਲਿਆ ਸੀ ਤੇ ਆਪਣੇ ਆਪ ਨੂੰ ਗੁਰੂ ਐਲਾਨ ਦਿੱਤਾ ਸੀਗਾ? ਹਰਿਮੰਦਰ ਸਾਹਿਬ ਦੀ ਉਸਾਰੀ ਤੇ ਕਿੰਨਾ ਖਰਚਾ ਆਇਆ? ਕੌਣ ਮਿਸਤਰੀ ਸੀ? जब महाराजा रणजीत सिंह जी ने सोना चढ़वाया तो उस टाइम कितना खर्चा आया? हरमंदर साहब ते किन्ने हमले होए? किस किस ने हमला किया ते हरमंदर साहब वास्ते सिखां ने कदों कदों कुर्बानियां कीतियां? हरमंदर साहब का पूरा इतिहास आपां इस वीडियो 'च दसांगे। जे आपां शुरू तो गल करिए, अमृतसर शहर आ जिहड़ा, इत्थे एक ढाब हुंदी सी, जंगल हुंदा सी बहुत ज़्यादा सोहना। दूरों दूरों रिशी मुनि चल के आउंदे सी, इत्थे तप करदे सी। पर इस जगह नूं जिहड़ी पहचान मिली आ, वो मिली आ जदों गुरु नानक देव जी दे इत्थे चरण पए। गुरु नानक देव जी उदासियां वेले सुल्तानपुर नूं जांदे होए भाई मरदाना जी नाल इस अस्थान ते रुकदे ने ते पिंड सुल्तान दा भाई तारा सिंह गुरु साहब वास्ते कड़ाह प्रसाद बना के लैके आउंदा है। कड़ाह प्रसाद भाई मरदाना जी नूं इन्ना स्वाद लगदा है कि वो तारीफ करते ने कि बिल्कुल अमृत वर्गा है। ਤਾਂ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤੇ ਸੀ ਕਿ ਇੱਥੇ ਅੰਮ੍ਰਿਤ ਹੀ ਵਰਸੇਗਾ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨਾਲ ਇਸ ਜਗ੍ਹਾ ਤੇ ਕਈ ਵਾਰ ਆਏ। ਭਾਈ ਲਹਿਣਾ ਜੀ ਜਿਹੜੇ ਗੁਰਗੱਦੀ ਤੋਂ ਬਾਅਦ ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਹੋਏ ਨੇ। ਗੁਰੂ ਅੰਗਦ ਦੇਵ ਜੀ ਵੀ ਇਸ ਜਗ੍ਹਾ ਤੇ ਆਇਆ ਕਰਦੇ ਸੀਗੇ। ਗੁਰੂ ਅੰਗਦ ਦੇਵ ਜੀ ਦੇ ਪੈਰ 'ਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀਗਾ ਤੇ ਇਸੇ ਹੀ ਸਥਾਨ ਤੋਂ ਇੱਕ ਬੂਟੀ ਗੁਰੂ ਅੰਗਦ ਦੇਵ ਜੀ ਦੇ ਪੈਰ ਤੇ ਲਗਾਈ ਗਈ ਸੀ, ਜਿਹਦੇ ਨਾਲ दर्द बिल्कुल ठीक हो गया सी। उस बूटी का नाम सी अमरती बूटी। गुरु अंगद देव जी तो इस जगह की पवित्रता बारे पता लग्या गुरु अमरदास जी नूं। सिखां दे तीसरे गुरु अमरदास जी ने भी इत्थे भजन बंदगी की ते गुरु अमरदास जी ने ही डिसाइड किया सीगा कि इस अस्थान ते एक नगर वसाया जाए। उन्होंने तुंग पिंड के जिमीदारां तो जमीन खरीदी ते सेवा लाई गुरु रामदास जी की। गुरु रामदास जी उदों गुरगद्दी ते विराजमान हाले नहीं होए सीगे। गुरु रामदास जी इस पवित्र जगह ते आउंदे ने ते सरोवर खुदवाउंदे ने ते 52 कित्तियां दे लोकां नूं लिया के सरोवर दे आले दुआले एक नगर वसाउंदे ने। नगर दा नाम रखिया जांदा है रामदासपुरा। ਚੱਕ ਰਾਮਦਾਸ ਬਾਅਦ ਚੋਂ ਕਹਿਣ ਲੱਗੇ ਤੇ ਗੁਰੂ ਕਾ ਚੱਕ ਵੀ ਕਹਿਣ ਲੱਗੇ। ਹੁਣ ਫਿਰ ਅੰਮ੍ਰਿਤਸਰ ਇਹ ਸ਼ਹਿਰ ਦਾ ਨਾਮ ਕਿਵੇਂ ਪਿਆ? ਅਸਲ 'ਚ ਜਿਹੜਾ ਸਰੋਵਰ ਖੁਦਵਾਇਆ ਸੀਗਾ ਗੁਰੂ ਰਾਮਦਾਸ ਜੀ ਨੇ, ਉਸ ਸਰੋਵਰ ਦਾ ਨਾਮ ਰੱਖਿਆ ਸੀ ਅੰਮ੍ਰਿਤ ਸਰੋਵਰ। ਅੰਮ੍ਰਿਤ ਸਰੋਵਰ ਗੁਰੂ ਅਮਰਦਾਸ ਜੀ ਦੇ ਨਾਮ ਤੇ ਉਹਨਾਂ ਨੇ ਰੱਖਿਆ ਸੀਗਾ ਅੰਮ੍ਰਿਤ ਸਰੋਵਰ। ਅੰਮ੍ਰਿਤ ਸਰੋਵਰ ਤੋਂ ਹੀ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਪੈ ਗਿਆ। ਗੁਰੂ ਰਾਮਦਾਸ ਜੀ ਨੇ ਜਿਹੜਾ ਸਰੋਵਰ ਖੁਦਵਾਇਆ ਸੀਗਾ ਉਹ ਕੱਚਾ ਸੀ ਸਰੋਵਰ। ਗੁਰੂ ਰਾਮਦਾਸ ਜੀ ਜਦ ਜੋਤੀ ਜੋਤ ਸਮਾ ਜਾਂਦੇ ਨੇ ਤਾਂ ਸੇਵਾ ਅੱਗੇ ਕੰਟੀਨਿਊ ਕਰਦੇ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਪੱਕਾ ਕਰਵਾਇਆ ਤੇ ਸਰੋਵਰ ਦੇ ਵਿਚਕਾਰ ਜਿਸ ਅਸਥਾਨ ਤੇ ਗੁਰੂ ਅਮਰਦਾਸ ਜੀ ਭਜਨ ਬੰਦਗੀ ਕਰਿਆ ਕਰਦੇ ਸੀ ਤੇ ਗੁਰੂ ਰਾਮਦਾਸ ਜੀ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸੀ, ਉਸ ਜਗ੍ਹਾ ਤੇ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਗੁਰੂ ਅਰਜਨ ਦੇਵ ਜੀ ਨੇ। ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦਾ ਨਕਸ਼ਾ ਖੁਦ ਤਿਆਰ ਕੀਤਾ ਤੇ ਸੇਵਾ ਦੀ ਜ਼ਿੰਮੇਵਾਰੀ ਲਾਈ ਗਈ ਬਾਬਾ ਬੁੱਢਾ ਜੀ ਦੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਇਹ ਸ਼ਹਿਰ ਦਾ ਬਹੁਤ ਵਿਕਾਸ ਹੋਇਆ। ਇਹ ਸ਼ਹਿਰ ਬਹੁਤ ਵੱਡਾ ਹੋਇਆ, ਵਪਾਰਕ ਤੌਰ ਤੇ ਵੀ ਬਹੁਤ ਵੱਡਾ ਹੋਇਆ, ਅਧਿਆਤਮਕ ਤੌਰ ਤੇ ਤਾਂ ਪਹਿਲਾਂ ਹੀ ਬਹੁਤ ਵੱਡਾ ਸੀਗਾ ਇਹ ਸ਼ਹਿਰ। ਤੇ ਜਦੋਂ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਗਈ ਤਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਡੂੰਘੀ ਸੋਚ ਨਾਲ ਇਹਦੀ ਉਸਾਰੀ ਕਰਵਾਈ। ਹਰਮੰਦਰ ਸਾਹਿਬ ਦੀ ਜਿਹੜੀ ਇਮਾਰਤ ਆ ਇਹਨੂੰ ਨੀਵਾਂ ਰੱਖਿਆ ਗਿਆ। ਹੁਣ ਵੀ ਜੇ ਤੁਸੀਂ ਦੇਖੋਗੇ ਪਰਿਕਰਮਾ ਤੋਂ ਜਦੋਂ ਆਪਾਂ ਅੰਦਰ ਜਾਂਦੇ ਹਾਂ ਤਾਂ ਹਰਮੰਦਰ ਸਾਹਿਬ ਦੀ ਇਮਾਰਤ ਥੋੜੀ ਥੱਲੇ ਨੂੰ ਆ। ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਹ ਗੱਲ ਪੁੱਛੀ ਕਿ ਜਿਹੜੇ ਬਾਕੀ ਧਾਰਮਿਕ ਸਥਾਨ ਨੇ ਉਹ ਉੱਚੀ ਜਗ੍ਹਾ ਤੇ ਹੁੰਦੇ ਨੇ ਕਿ ਆਪਾਂ ਨੀਵਾਂ ਕਿਉਂ ਬਣਾ ਰਹੇ ਹਾਂ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਪਰਮਾਤਮਾ ਨੀਵਿਆਂ ਨੂੰ ਹੀ ਮਿਲਦਾ ਹੈ। ਕਿੰਨੀ ਵੱਡੀ ਸੋਚ ਸੀ, ਤੁਸੀਂ ਇਹ ਦੇਖੋ। ਤੇ ਹਰਮੰਦਰ ਸਾਹਿਬ ਦੇ ਜਿਹੜੇ 4 ਦਰਵਾਜ਼ੇ ਰੱਖੇ ਗਏ, ਇਹਦਾ ਮੈਸੇਜ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ, ਪਰ ਆਪਾਂ ਕਹਿੰਦੇ ਆ ਨਾ ਕਿ 4 ਦਿਸ਼ਾਵਾਂ 'ਚ 4 ਦਰਵਾਜ਼ੇ ਨੇ। 4 ਦਿਸ਼ਾਵਾਂ 'ਚ ਦਰਵਾਜ਼ੇ ਨਹੀਂ ਹੈਗੇ, 4 ਕੂੰਜਾਂ 'ਚ ਦਰਵਾਜ਼ੇ ਨੇ। ਜਿੱਥੇ ਆ ਕੇ 2 ਦਿਸ਼ਾਵਾਂ ਮਿਲਦੀਆਂ ਨੇ ਉੱਥੇ ਦਰਵਾਜ਼ੇ ਨੇ। ਦਰਵਾਜ਼ਿਆਂ ਦਾ ਮੈਸੇਜ ਵੀ ਇਹ ਸੀਗਾ ਕਿ ਅੱਜ ਦੇ ਟਾਈਮ ਤੇ ਸ਼ਾਇਦ ਇਹ ਗੱਲ ਛੋਟੀ ਲੱਗੇ, ਉਹਨਾਂ ਟਾਈਮਾਂ 'ਚ ਬਹੁਤ ਵੱਡਾ ਮੈਸੇਜ ਸੀਗਾ ਇਹ ਕਿ ਕਿਸੇ ਵੀ ਧਰਮ ਦਾ ਇਨਸਾਨ ਇੱਥੇ ਆ ਸਕਦਾ ਹੈ
ਕੋਈ ਵੀ ਅਮੀਰ ਗਰੀਬ ਕੋਈ ਵੀ ਆ ਸਕਦਾ ਹੈ, ਕਿਸੇ ਨਾਲ ਕੋਈ ਭੇਦਭਾਵ ਨਹੀਂ ਆ। ਉਦੋਂ ਦਾ ਹੁਣ ਤੱਕ ਇਹ ਚੱਲਿਆ ਆ ਰਿਹਾ ਹੈ ਤੇ ਸਿੱਖ ਧਰਮ ਦੀ ਨਿਉ ਹੈ ਇਹ ਚੀਜ਼ ਜਿਹੜੀ ਗੁਰੂ ਸਾਹਿਬਾਨਾਂ ਨੇ ਬਖਸ਼ੀ ਸੀਗੀ। ਹੁਣ ਆਉਂਦੇ ਹਾਂ ਆਪਾਂ ਹਰਿਮੰਦਰ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਨਿਉ ਰਖਵਾਈ ਗਈ ਸਾਈਂ ਮੀਆਂ ਮੀਰ ਤੋਂ। ਇਹ ਵੀ ਆਪਣੇ ਸਮੇਂ 'ਚ ਇੱਕ ਬਹੁਤ ਵੱਡੀ ਗੱਲ ਸੀਗੀ ਕਿ ਮੁਸਲਮਾਨ ਫਕੀਰ ਤੋਂ ਸਿੱਖ ਧਰਮ ਦੇ ਇੱਕ ਬਹੁਤ ਵੱਡੇ ਕੇਂਦਰ ਦੀ ਨੀਂਹ ਰਖਵਾਈ ਜਾ ਰਹੀ ਆ। ਕਈ ਲੋਕਾਂ ਨੂੰ ਇਹ ਗੱਲ ਵੀ ਬਹੁਤ ਚੁਭੀ ਬਾਅਦ 'ਚ ਜਾ ਕੇ, ਉਸ ਤੋਂ ਬਾਅਦ 'ਚੋਂ ਆਉਣੇ ਆਪਾਂ। ਹਰਿਮੰਦਰ ਸਾਹਿਬ ਦੀ ਜਦੋਂ ਨੀਂਹ ਰੱਖੀ ਸਾਈਂ ਮੀਆਂ ਮੀਰ ਨੇ, ਉਹਨਾਂ ਨੇ ਇੱਟ ਰੱਖਤੀ। ਮਿਸਤਰੀ ਨੇ ਕੀ ਕੀਤਾ ਕਿ ਇੱਟ ਚੱਕੀ ਤੇ ਇੱਟ ਚੱਕ ਕੇ ਪਲਟਤੀ। ਤਾਂ ਗੁਰੂ ਸਾਹਿਬ ਨੇ ਉੱਥੇ ਬਚਨ ਕੀਤੇ ਸੀਗੇ ਕਿ ਇਹ ਢਹਿ ਕੇ ਇੱਕ ਵਾਰ ਦੁਬਾਰਾ ਬਣੂਗਾ। ਹੁਣ ਇਹਦੇ ਨਾਲ ਇਤਿਹਾਸਕਾਰ ਇੱਕ ਹੋਰ ਵੀ ਗੱਲ ਜੋੜਦੇ ਨੇ ਕਿ ਹਰਿਮੰਦਰ ਸਾਹਿਬ ਦੀ ਜਦੋਂ ਸਾਰੀ ਚੱਲ ਰਹੀ ਸੀਗੀ ਤੇ ਕੁਝ ਮਿਸਤਰੀ ਤੇ ਸੰਗਤ ਗੁਰੂ ਸਾਹਿਬ ਕੋਲ ਆਉਂਦੀ ਆ। ਉਹ ਆਉਂਦੇ ਨੇ, ਫਿਰ ਉਹ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਮਸੰਦ ਨੇ ਇਹ ਮਜ਼ਬੂਤ ਨਹੀਂ ਬਣਵਾ ਰਹੇ ਸਾਡੇ ਤੋਂ ਹਰਿਮੰਦਰ ਸਾਹਿਬ। ਗੁਰੂ ਸਾਹਿਬ ਕੁਝ ਨਹੀਂ ਕਹਿੰਦੇ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਭਾਈ, ਕਿ ਹੁਣ ਇਹ ਕੱਚਾ ਹੀ ਬਣੂਗਾ, ਬਾਅਦ ਚੋਂ ਇੱਕ ਵਾਰ ਢਹਿ ਕੇ ਇਹ ਪੱਕਾ ਬਣੂਗਾ। ਕਦੋਂ ਇਹ ਢਹਿ ਕੇ ਪੱਕਾ ਬਣਿਆ ਉਹ ਤੁਹਾਨੂੰ ਵੀ ਦੱਸਾਂਗੇ ਇਸ ਵੀਡੀਓ 'ਚ। ਇਸ ਦੇ ਨਾਲ ਨਾਲ ਗੁਰੂ ਅਰਜਨ ਦੇਵ ਜੀ ਦੇ ਰਾਹ 'ਚ ਇੱਕ ਬੰਦਾ ਰੋੜੇ ਡਾ ਰਿਹਾ ਸੀ, ਉਹ ਸੀ ਬਾਬਾ ਪਿਰਥੀ ਚੰਦ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪਿਰਥੀ ਚੰਦ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਗੁਰਗੱਦੀ ਦਾ ਅਸਲੀ ਹੱਕਦਾਰ ਮੈਂ ਆ, ਗੁਰੂ ਅਰਜਨ ਦੇਵ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਈਰਖਾ 'ਚ ਕਿ ਪਿੰਡ ਹੇਰਾਂ 'ਚ ਜਾ ਕੇ ਇੱਕ ਤਲਾਬ ਦੀ ਖੁਦਵਾਈ ਸ਼ੁਰੂ ਕਰਵਾਤੀ ਤੇ ਕਹਿਤਾ ਕਿ ਸਿੱਖਾਂ ਦਾ ਗੁਰੂ ਮੈਂ ਆ, ਗੁਰੂ ਅਰਜਨ ਦੇਵ ਨਹੀਂ ਹੈਗਾ। ਉਹ ਤਲਾਬ ਭਰਿਆ ਹੀ ਨਹੀਂ ਹੈਗਾ, ਸੁੱਕਾ ਹੀ ਰਿਹਾ ਉਹ ਤਲਾਬ। ਤਾਂ ਜਦੋਂ ਇਹ ਚਾਲ ਕਾਮਯਾਬ ਨਾ ਹੋਈ, ਫਿਰ ਹੋਰ ਕੀ ਚਾਲ ਚੱਲੀ। ਹਰਿਮੰਦਰ ਸਾਹਿਬ ਅੰਮ੍ਰਿਤਸਰ ਆ ਕੇ ਉਹਨਾਂ ਨੇ ਦੂਰ ਦੂਰ ਦੇ ਲੋਕਾਂ ਨੂੰ, ਸੰਗਤਾਂ ਨੂੰ ਇਹ ਕਹਿਤਾ ਕਿ ਤੁਸੀਂ ਸਾਰੇ ਆਪਦੇ ਘਰੇ ਨਾ ਪ੍ਰਸ਼ਾਦੇ ਬਣਾਓ, ਇੱਥੇ ਆ ਕੇ ਲੰਗਰ ਛਕੋ। ਹੁਣ ਉਸ ਟਾਈਮ ਤੇ ਇੰਨੀ ਸੰਗਤ ਲੰਗਰ ਛਕਣ ਆ ਜਾਂਦੀ ਸੀ। ਹੁਣ ਗੁਰੂ ਘਰ ਚੋਂ ਕਿਸੇ ਨੂੰ ਮਨਾ ਤਾਂ ਕੀਤਾ ਨਹੀਂ ਜਾ ਸਕਦਾ ਸੀਗਾ। ਇਹ ਗੱਲ ਗੁਰੂ ਅਰਜਨ ਦੇਵ ਜੀ ਨੇ ਕਿਸੇ ਨੂੰ ਨਹੀਂ ਦੱਸੀ। ਔਖੇ ਸੌਖੇ ਉਹ ਸਾਰੇ ਸੰਗਤ ਨੂੰ ਲੰਗਰ ਛਕਾਉਂਦੇ ਰਹੇ। ਉਹਨਾਂ ਨੂੰ ਪਿਰਥੀ ਚੰਦ ਨੂੰ ਇਹ ਸੀਗਾ ਕਿ ਲੰਗਰ ਘਟ ਜਾਊਗਾ ਤੇ ਗੁਰੂ ਅਰਜਨ ਦੇਵ ਜੀ ਦੀ ਬੇਇੱਜ਼ਤੀ ਹੋਊਗੀ ਤੇ ਮੈਂ ਕਹੂੰਗਾ ਕਿ ਇਹਨਾਂ ਤੋਂ ਪ੍ਰਬੰਧ ਸਹੀ ਨਹੀਂ ਸੰਭਾਲਿਆ ਜਾ ਰਿਹਾ, ਮੈਂ ਸੰਭਾਲੂੰਗਾ ਪ੍ਰਬੰਧ। ਗੁਰੂ ਅਰਜਨ ਦੇਵ ਜੀ ਸ਼ਾਂਤੀ ਦੇ ਪੁੰਜ ਸੀਗੇ, ਉਹਨਾਂ ਨੇ ਕਿਸੇ ਨੂੰ ਨਹੀਂ ਦੱਸੀ ਇਹ ਗੱਲ ਬਾਅਦ ਚੋਂ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਪਤਾ ਚੱਲਦੀ ਆ ਤੇ ਉਹ ਸਾਰੀ ਸੰਗਤ ਨੂੰ ਇਹ ਚੀਜ਼ ਦੱਸਦੇ ਨੇ ਤੇ ਸੰਗਤ ਨੂੰ ਫਿਰ ਪਿਰਥੀ ਚੰਦ ਦੀ ਮਕਾਰੀ ਦਾ ਪਤਾ ਚੱਲ ਜਾਂਦਾ ਹੈ। ਪਿਰਥੀ ਚੰਦ ਇੱਥੇ ਹੀ ਬਸ ਨਹੀਂ ਕਰਦੇ, ਉਹ ਚੁਗਲੀਆਂ ਕਰਦੇ ਨੇ ਜਾ ਕੇ ਜਹਾਂਗੀਰ ਕੋਲ ਚੁਗਲੀ ਕੀਤੀ ਜਾਂਦੀ ਆ। ਗੁਰੂ ਅਰਜਨ ਦੇਵ ਜੀ ਨੇ ਆਪਣੀ ਸੇਵਾ ਜਾਰੀ ਰੱਖੀ ਤੇ ਸਿੱਖਾਂ ਨੂੰ ਇੱਕ ਧਾਰਮਿਕ ਸਥਾਨ ਮਿਲ ਗਿਆ ਜਿਹੜਾ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਸੀ। ਇਹ ਗੱਲਾਂ ਸਾਰਿਆਂ ਨੂੰ ਰਾਸ ਨਹੀਂ ਆ ਸਕਦੀਆਂ ਸੀਗੀਆਂ। ਗੁਰੂ ਅਰਜਨ ਦੇਵ ਜੀ ਦੇ ਭਰਾ ਦੇ ਨਾਲ ਹੋਰ ਵੀ ਲੋਕ ਗੁਰੂ ਅਰਜਨ ਦੇਵ ਜੀ ਦੇ ਵੈਰੀ ਬਣ ਗਏ ਤੇ ਜਹਾਂਗੀਰ ਸ਼ਹੀਦ ਕਰਵਾ ਦਿੰਦਾ ਹੈ ਗੁਰੂ ਅਰਜਨ ਦੇਵ ਜੀ ਨੂੰ। ਉਸ ਤੋਂ ਬਾਅਦ ਆਉਂਦੇ ਨੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਹਰਿਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖਤ ਦੀ ਉਸਾਰੀ ਕਰਵਾਉਂਦੇ ਨੇ। ਹਰਿਮੰਦਰ ਸਾਹਿਬ ਹੁਣ ਨੀਵਾਂ ਰੱਖਿਆ ਗਿਆ ਸੀ ਤੇ ਅਕਾਲ ਤਖਤ ਉੱਚੀ ਜਗ੍ਹਾ ਤੇ ਬਣਾਇਆ ਜਾਂਦਾ ਹੈ। ਜਿਹੜਾ ਦਿੱਲੀ ਦਾ ਤਖਤ ਸੀਗਾ ਉਸ ਤੋਂ ਵੀ ਹੁਣ ਜੇ ਆਪਾਂ ਦੇਖਾਂਗੇ ਨਾ, ਜੇ ਮਿਣ ਕੇ ਦੇਖਾਂਗੇ, ਦਿੱਲੀ ਦਾ ਤਖਤ ਵੀ ਹੈਗਾ, ਅਕਾਲ ਤਖਤ ਵੀ ਹੈਗਾ। ਦਿੱਲੀ ਦੇ ਤਖਤ ਨਾਲੋਂ ਵੀ ਉੱਚਾ ਹੈ ਅਕਾਲ ਤਖਤ। ਦਿੱਲੀ ਦਾ ਤਾਂ ਤਖਤ ਦੁਨਿਆਵੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਅਕਾਲ ਪੁਰਖ ਦਾ ਤਖਤ ਹੈ, ਅਕਾਲ ਪੁਰਖ ਦਾ ਤਖਤ ਹੈ ਇਹ। ਤੇ ਅਕਾਲ ਤਖਤ ਤੇ ਹੀ ਗੁਰੂ ਸਾਹਿਬ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ। 2 ਤਲਵਾਰਾਂ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਫਕੀਰ ਦੀ, ਕਿ ਇੱਕ ਤਲਵਾਰ ਮੀਰੀ ਦੀ ਆ, ਇੱਕ ਤਲਵਾਰ ਪੀਰੀ ਦੀ ਆ। ਉਹ ਕਹਿੰਦੇ ਸੀ ਕਿ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ ਤੇ ਉਹਦੇ ਚਰਨਾਂ 'ਚ ਬਣਿਆ ਹੈ ਸ਼ਕਤੀ ਦਾ ਕੇਂਦਰ। ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਇੱਥੇ ਰਹਿੰਦੇ ਨੇ ਤੇ ਜੰਗਾਂ ਲੜਦੇ ਨੇ ਮੁਗਲਾਂ ਦੇ ਖਿਲਾਫ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਚਲੇ ਜਾਂਦੇ ਨੇ ਕੀਰਤਪੁਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨੇ, ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦਾ ਪ੍ਰਬੰਧ ਆ ਜਾਂਦਾ ਹੈ ਪਿਰਥੀ ਚੰਦ ਦੇ ਵਾਰਸਾਂ ਕੋਲ। ਪਿਰਥੀ ਚੰਦ ਜਿਹੜਾ ਕਿ ਪਹਿਲਾਂ ਹੀ ਹੜਪਣਾ ਚਾਹੁੰਦਾ ਸੀ ਸਾਰੀ ਸੇਵਾ ਸੰਭਾਲ। 65 ਸਾਲ ਉਸ ਤੋਂ ਬਾਅਦ ਹਰਿਮੰਦਰ ਸਾਹਿਬ ਦਾ ਪ੍ਰਬੰਧ ਪਿਰਥੀ ਚੰਦ ਦੇ ਵਾਰਸਾਂ ਕੋਲ ਰਿਹਾ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ 1699 'ਚ, ਸੰਗਤਾਂ ਦੀ ਬੇਨਤੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਭੇਜਿਆ ਤੇ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ
ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਸਰੀਰਕ ਰੂਪ 'ਚ ਨਹੀਂ ਆਉਂਦੇ। ਵੈਸੇ ਤਾਂ ਹਰਮੰਦਰ ਸਾਹਿਬ 10 ਗੁਰੂਆਂ ਦੀ ਜੋਤ ਹੁਣ ਵੀ ਹਾਜ਼ਰ ਨਾਜ਼ਰ ਹੈ, ਪਰ ਜੇ ਸਰੀਰਕ ਰੂਪ 'ਚ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਪਵਿੱਤਰ ਸਥਾਨ ਤੇ ਨਹੀਂ ਆਏ। ਗੁਰੂ ਤੇਗ ਬਹਾਦਰ ਜੀ ਵੀ ਜਦੋਂ ਆਉਂਦੇ ਨੇ ਤਾਂ ਉਦੋਂ ਪ੍ਰਿਥੀ ਚੰਦ ਦੇ ਵਾਰਸਾਂ ਨੇ ਦਰਵਾਜ਼ੇ ਬੰਦ ਕਰ ਲਏ ਸੀਗੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਹਰਮੰਦਰ ਸਾਹਿਬ ਦੇ ਅੰਦਰ ਨਹੀਂ ਵੜਨ ਦਿੱਤਾ ਸੀਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਫਿਰ ਵਚਨ ਕੀਤੇ ਸੀਗੇ ਕਿ ਅੰਬਰ ਸਰੀਏ ਅੰਦਰ ਸੜੀਏ, ਮਾਈਆਂ ਰੱਬ ਰਚਾਈਆਂ, ਕਿਉਂਕਿ ਮਾਈਆਂ ਨੇ ਬਹੁਤ ਸੇਵਾ ਕੀਤੀ ਸੀਗੀ। ਫਿਰ ਵੇਲਾ ਆ ਜਾਂਦਾ ਹੈ ਗੁਰੂ ਕਾਲ ਤੋਂ ਬਾਅਦ ਦਾ ਵੇਲਾ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 18ਵੀਂ ਸਦੀ 'ਚ ਜਿੱਥੇ ਸਿੱਖਾਂ ਨੇ ਆਪਣੇ ਪਿੰਡਿਆਂ ਤੇ ਬਹੁਤ ਜ਼ੁਲਮ ਸਹੇ, ਉਦੋਂ ਹੀ ਇਹ ਪਵਿੱਤਰ ਸਥਾਨ ਨੇ ਵੀ ਬਹੁਤ ਕੁਝ ਦੇਖਿਆ। 18ਵੀਂ ਸਦੀ 'ਚ 10 ਵਾਰ ਹਮਲਾ ਹੋਇਆ ਹਰਮੰਦਰ ਸਾਹਿਬ ਤੇ। ਕਿੰਨੇ ਹੀ ਵਾਰ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਪੂਰ ਦਿੱਤਾ ਗਿਆ ਤੇ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਬੁਰੇ ਤਰੀਕੇ ਨਾਲ ਇਹ ਜ਼ਾਲਮਾਂ ਨੇ ਬੇਅਦਬੀਆਂ ਕੀਤੀਆਂ ਤੇ ਹਮੇਸ਼ਾ ਸਿੱਖਾਂ ਨੇ ਹਰਮੰਦਰ ਸਾਹਿਬ ਵਾਸਤੇ ਆਪਣਾ ਖੂਨ ਡੋਲਿਆ ਤੇ ਕੁਰਬਾਨੀਆਂ ਦਿੱਤੀਆਂ। ਜ਼ਕਰੀਆ ਖਾਨ ਵੇਲੇ ਸਭ ਤੋਂ ਜ਼ਿਆਦਾ ਜ਼ੁਲਮ ਹੋਇਆ। ਜ਼ਕਰੀਆ ਖਾਨ ਨੇ ਹੀ ਭੇਜਿਆ ਸੀਗਾ ਮੱਸੇ ਰੰਗੜ ਨੂੰ। ਮੱਸੇ ਰੰਗੜ ਨੇ ਆ ਕੇ ਕੀ ਕੁਛ ਕੀਤਾ ਇਸ ਜਗ੍ਹਾ ਤੇ, ਉਹ ਆਪਾਂ ਨੂੰ ਸਭ ਨੂੰ ਪਤਾ ਹੈ। ਅਸੀਂ ਇੱਕ ਅਲੱਗ ਤੋਂ ਵੀ ਵੀਡੀਓ ਇਸ ਤੇ ਬਣਾਈ ਹੋਈ ਆ, ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਕਿਵੇਂ ਮੱਸੇ ਰੰਗੜ ਨੂੰ ਸੋਧਿਆ। ਉਹ ਸਾਰੀ ਵੀਡੀਓ ਬਣਾਈ ਹੋਈ ਆ, ਉਹ ਤੁਸੀਂ ਦੇਖ ਸਕਦੇ ਹੋ। ਜ਼ਕਰੀਆ ਖਾਨ ਦੇ ਵੇਲੇ ਹੀ ਸੀਗਾ ਇੱਕ ਜਸਪਤ ਰਾਏ। ਜਸਪਤ ਰਾਏ ਸਿੱਖਾਂ ਤੇ ਬਹੁਤ ਜ਼ੁਲਮ ਕਰਦਾ ਹੁੰਦਾ ਸੀ। ਜਸਪਤ ਰਾਏ ਨੂੰ ਜਦੋਂ ਸਿੱਖਾਂ ਨੇ ਸੌਦਾ ਲਾਇਆ ਤਾਂ ਉਹਦਾ ਵੱਡਾ ਭਰਾ ਲਖਪਤ ਰਾਏ ਜ਼ਕਰੀਆ ਖਾਨ ਦੇ ਦਰਬਾਰ 'ਚ ਜਾਂਦਾ ਹੈ। ਲਖਪਤ ਰਾਏ ਆਪਦੀ ਪੱਗ ਉਤਾਰ ਕੇ ਜ਼ਕਰੀਆ ਖਾਨ ਦੇ ਪੈਰਾਂ 'ਚ ਰੱਖਦਾ ਹੈ ਕਿ ਮੈਂ ਪੱਗ ਹੁਣ ਉਦੋਂ ਹੀ ਪਾਊਂਗਾ ਕਿ ਜਦੋਂ ਮੈਂ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੂੰਗਾ। ਲਖਪਤ ਰਾਏ ਫਿਰ ਦਰਬਾਰ ਸਾਹਿਬ ਦੀ ਬੇਅਦਬੀ ਕਰਦਾ ਹੈ, ਦਰਬਾਰ ਸਾਹਿਬ ਨੂੰ ਬਿਲਕੁਲ ਪੂਰ ਦਿੰਦਾ ਹੈ, ਦਰਬਾਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਫਿਰ ਆਉਂਦਾ ਹੈ ਅਬਦਾਲੀ। ਅਬਦਾਲੀ ਦਾ ਜਦ ਸਿੱਖਾਂ ਨਾਲ ਵੈਰ ਪਿਆ ਤਾਂ ਅਬਦਾਲੀ ਨੇ ਪਹਿਲਾਂ ਡਿਊਟੀ ਲਾਈ ਆਪਦੇ ਪੁੱਤ ਤੈਮੂਰ ਖਾਨ ਦੀ ਤੇ ਜਹਾਨ ਖਾਨ ਦੀ। ਤੈਮੂਰ ਖਾਨ ਤੇ ਜਹਾਨ ਖਾਨ ਉਹਨਾਂ ਨੇ ਵੀ ਫਿਰ ਉਹੀ ਕੰਮ ਕੀਤਾ, ਹਰਮੰਦਰ ਸਾਹਿਬ ਦੇ ਸਰੋਵਰ ਨੂੰ ਗੰਦਗੀ ਨਾਲ, ਜਾਨਵਰਾਂ ਦੀਆਂ ਹੱਡੀਆਂ ਨਾਲ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਭਰ ਦਿੱਤਾ। ਇਹ ਗੱਲ ਫਿਰ ਦਮਦਮਾ ਸਾਹਿਬ ਬੈਠੇ ਬਾਬਾ ਦੀਪ ਸਿੰਘ ਨੂੰ ਪਤਾ ਚੱਲੀ ਸੀ ਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਆਪਣੀ ਸ਼ਹਾਦਤ ਦਿੱਤੀ ਸੀਗੀ। ਉਸ ਤੋਂ ਬਾਅਦ ਅਬਦਾਲੀ ਫੇਰ ਨਹੀਂ ਰੱਜਿਆ। ਵੱਡੇ ਘੱਲੂਘਾਰੇ ਦੇ ਸਮੇਂ ਜਦੋਂ ਅਬਦਾਲੀ ਨੇ ਇੱਕ ਦਿਨ 'ਚ ਲਗਭਗ 25,000 ਸਿੱਖ ਸ਼ਹੀਦ ਕਰ ਦਿੱਤੇ ਸੀ, ਅੱਧੀ ਕੌਮ ਸ਼ਹੀਦ ਕਰ ਦਿੱਤੀ ਸੀ ਇੱਕ ਦਿਨ 'ਚ। ਉਸ ਤੋਂ ਬਾਅਦ ਜਾਂਦਾ ਹੋਇਆ ਕਿ ਸਿੱਖ ਹੁਣ ਸਿਰ ਨਾ ਚੱਕ ਸਕਣ ਆਪਦਾ। ਉਸ ਤੋਂ ਬਾਅਦ ਕਾਬਲ ਨੂੰ ਵਾਪਸ ਜਾਂਦਾ ਹੋਇਆ ਅੰਮ੍ਰਿਤਸਰ ਪਹੁੰਚਦਾ ਹੈ ਤੇ ਹਰਮੰਦਰ ਸਾਹਿਬ ਢਹਿ ਢੇਰੀ ਕਰ ਦਿੱਤਾ ਸੀ ਇਸ ਪਾਪੀ ਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਕਿ ਸਿੱਖਾਂ ਦੀ ਤਾਂ ਮੈਂ ਅੱਧੀ ਆਬਾਦੀ ਨੂੰ ਖਤਮ ਕਰ ਚੱਲਿਆ, ਕਿ ਸਿੱਖਾਂ ਦੀ ਇਹ ਇਮਾਰਤ ਨੂੰ ਵੀ ਮੈਂ ਢਹਿ ਢੇਰੀ ਕਰ ਜਾਵਾਂ ਤਾਂ ਜੋ ਸਿੱਖ ਆਉਣ ਵਾਲੀਆਂ ਕਈ ਪੀੜ੍ਹੀਆਂ ਆਪਦਾ ਸਿਰ ਨਾ ਚੱਕ ਸਕਣ। ਪਰ ਉਹ ਭੁੱਲ ਗਿਆ ਸੀਗਾ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਥਾਪੀ ਹੋਈ ਕੌਮ ਆ, ਇਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਨੇ, ਇਹ ਕਦੇ ਹਾਰ ਨਹੀਂ ਸਕਦੇ। ਤਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਫਿਰ ਇਹ ਇਮਾਰਤ ਦੀ ਦੁਬਾਰਾ ਉਸਾਰੀ ਕਰਾਈ ਸੀ। ਇਹ ਵੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਜਿਹੜੀ ਹੁਣ ਹਰਮੰਦਰ ਸਾਹਿਬ ਦੀ ਇਮਾਰਤ ਆ, ਇਹ ਉਹ ਨਹੀਂ ਹੈਗੀ ਜਿਹੜੀ ਗੁਰੂ ਅਰਜਨ ਦੇਵ ਜੀ ਦੇ ਵੇਲੇ ਬਣੀ ਸੀਗੀ। ਗੁਰੂ ਅਰਜਨ ਦੇਵ ਜੀ ਦੇ ਵੇਲੇ ਬਣੀ ਹੋਈ ਇਮਾਰਤ ਨੂੰ ਅਬਦਾਲੀ ਨੇ ਬਿਲਕੁਲ ਢਹਿ ਢੇਰੀ ਕਰ ਦਿੱਤਾ ਸੀਗਾ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਹੋਣਾ ਨੇ ਫਿਰ ਅਬਦਾਲੀ ਤੋਂ ਇਸ ਚੀਜ਼ ਦਾ ਬਦਲਾ ਲਿਆ, ਸਰਹੰਦ ਸ਼ਹਿਰ ਨੂੰ ਫਤਿਹ ਕੀਤਾ। ਅਬਦਾਲੀ ਦਾ ਲਾਇਆ ਹੋਇਆ ਗਵਰਨਰ ਉਹਨੂੰ ਗੱਡੀ ਚੜਾਇਆ ਤੇ ਉੱਥੋਂ ਲੁੱਟਿਆ ਹੋਇਆ ਜਿਹੜਾ ਧਨ ਸੀਗਾ ਉਹ ਫਿਰ ਸਾਰਾ ਪਰਿਕਰਮਾ 'ਚ ਚਾਦਰ ਵਿਛਾਈ ਗਈ। 7 ਲੱਖ ਰੁਪਇਆ ਉਸ ਚਾਦਰ ਤੇ ਢੇਰੀ ਕਰਤਾ ਸੀਗਾ ਜੱਸਾ ਸਿੰਘ ਆਹਲੂਵਾਲੀਆ ਨੇ। ਉਹ ਸਾਰੇ ਫਿਰ ਪੈਸੇ ਦਿੱਤੇ ਗਏ ਕਰੋੜੀ ਮੱਲ ਨੂੰ ਤੇ ਮਿਸਤਰੀ ਭਾਈ ਦੇਸ ਰਾਜ ਦੀ ਡਿਊਟੀ ਲਾਈ ਗਈ ਹਰਮੰਦਰ ਸਾਹਿਬ ਦੀ ਨਵੇਂ ਸਿਰੇ ਤੋਂ ਉਸਾਰੀ ਕਰਨ ਦੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਫਿਰ ਮੁੜ ਤੋਂ ਉਸਾਰੀ ਕਰਵਾਈ ਹਰਮੰਦਰ ਸਾਹਿਬ ਦੀ, ਬੜੀ ਮਜ਼ਬੂਤੀ ਨਾਲ ਫਿਰ ਹਰਮੰਦਰ ਸਾਹਿਬ ਦੀ ਉਸਾਰੀ ਕਰਵਾਈ ਗਈ। ਨਾਨਕਸ਼ਾਹੀ ਇੱਟ ਲਗਾਈ ਗਈ, 1 ਇੰਚ ਮੋਟੀ, 3 ਇੰਚ ਚੌੜੀ ਤੇ 18 ਇੰਚ ਲੰਬੀ ਨਾਨਕਸ਼ਾਹੀ ਇੱਟ ਲਗਾਈ ਗਈ। ਗੁਰੂ ਸਾਹਿਬ ਦੇ ਵਚਨ ਹੁਣ ਯਾਦ ਆ ਜਾਂਦੇ ਨੇ ਕਿ ਕੱਚਾ ਬਣਿਆ ਏ ਕਿ ਢਹਿ ਕੇ ਪੱਕਾ ਬਣੂਗਾ। ਹੁਣ ਇੰਨੀ ਕੁ ਮਜ਼ਬੂਤੀ ਨਾਲ ਬਣਿਆ ਹੋਇਆ ਹੈ ਹਰਮੰਦਰ ਸਾਹਿਬ, ਇਹ ਗੁਰੂ ਸਾਹਿਬ ਦੇ ਵਚਨ ਨੇ। ਉਦੋਂ ਬਾਅਦ ਫਿਰ ਅਬਦਾਲੀ ਇੱਕ ਵਾਰ ਫੇਰ ਆਉਂਦਾ ਹੈ ਹਰਮੰਦਰ ਸਾਹਿਬ ਫਿਰ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ
ਪਰ ਕਾਮਯਾਬ ਨਹੀਂ ਹੋ ਪਾਉਂਦਾ। ਫਿਰ ਹਰਮੰਦਰ ਸਾਹਿਬ ਦਾ ਪ੍ਰਬੰਧ ਸਿੱਖਾਂ ਕੋਲ ਹੀ ਰਿਹਾ। ਸਮੇਂ-ਸਮੇਂ ਤੇ ਫਿਰ ਅੱਡ-ਅੱਡ ਮਿਸਲਾਂ ਨੇ ਸੇਵਾ ਸੰਭਾਲ ਕੀਤੀ ਤੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਆਪਣੇ ਨਾਮ ਦੇ ਬੁੰਗੇ ਵੀ ਉਸਾਰੇ। ਜਿਹੜੀ ਸੋਨੇ ਦੀ ਸੇਵਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਹੀ ਕਰਵਾਈ ਸੀਗੀ। ਉਹਨਾਂ ਟਾਈਮਾਂ ਤੇ 750 ਕਿਲੋ ਸੋਨਾ ਲੱਗਿਆ ਸੀਗਾ, 5 ਲੱਖ ਰੁਪਏ ਦਾ ਖਰਚਾ ਆਇਆ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਭਾਰਤ ਦੇ ਸਭ ਤੋਂ ਵਧੀਆ ਮਿਸਤਰੀ ਬੁਲਾਏ। ਯਾਰ ਮੁਹੰਮਦ ਖਾਨ ਜਿਹੜਾ ਮੁੱਖ ਮਿਸਤਰੀ ਸੀਗਾ, ਉਹਨੇ ਸਾਰਾ ਕੰਮ ਜਿਹੜਾ ਸੋਨੇ ਦਾ ਹੈ ਉਹ ਕੀਤਾ ਗਿਆ ਹੈ। ਬਾਕੀ ਜਿਹੜੇ ਹੋਰ ਨਾਲ ਮਿਸਤਰੀ ਆਏ ਸੀਗੇ ਬਹੁਤ ਟੌਪ ਦੇ ਮਿਸਤਰੀ ਸੀਗੇ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਸੀ ਮਿਸਤਰੀਆਂ ਨੂੰ ਕਿ ਜਿਹੜਾ ਹਰਮੰਦਰ ਸਾਹਿਬ ਦੀ ਤੁਸੀਂ ਕਾਰੀਗਰੀ ਕਰੋਗੇ ਇਹਦੇ 'ਚੋਂ ਨਾ ਤਾਂ ਮੁਗਲਾਂ ਦੀ ਝਲਕ ਪਵੇ ਨਾ ਹੀ ਹਿੰਦੂ ਮੰਦਰਾਂ ਦੀ ਕੋਈ ਝਲਕ ਪਵੇ, ਕਿਉਂਕਿ ਉਸ ਟਾਈਮ ਤੇ ਜਿਹੜੀ ਕਾਰੀਗਰੀ ਕੀਤੀ ਜਾਂਦੀ ਸੀ ਉਹ ਮੁਗਲਾਂ ਦੇ ਜਿਹੜੇ ਕਿਲੇ ਹੁੰਦੇ ਸੀ ਉਹਨਾਂ 'ਚ ਬਹੁਤ ਹੀ ਸੋਹਣੀ ਮੀਨਾਕਾਰੀ ਕੀਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਪੈਸ਼ਲ ਇਹ ਗੱਲ ਕਹੀ ਸੀ ਕਿ ਮੈਨੂੰ ਇਹਦੇ 'ਚ ਬਿਲਕੁਲ ਵਿਲੱਖਣਤਾ ਨਜ਼ਰ ਆਉਣੀ ਚਾਹੀਦੀ ਹੈ। ਹੁਣ ਵੀ ਜੇ ਤੁਸੀਂ ਬਹੁਤ ਧਿਆਨ ਨਾਲ ਜਾ ਕੇ ਦੇਖੋਗੇ, ਬਾਰੀਕੀਆਂ ਦੇਖੋਗੇ ਤਾਂ ਤੁਹਾਨੂੰ ਜਿਹੜੀ ਮੀਨਾਕਾਰੀ ਹੈ ਇਹ ਸਿਰਫ ਹਰਮੰਦਰ ਸਾਹਿਬ 'ਚ ਹੀ ਮਿਲੂਗੀ, ਹੋਰ ਕਿਸੇ ਨਾਲ ਮੈਚ ਨਹੀਂ ਕਰਦੀ ਹੈਗੀ। ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਭੰਗੀ ਸਰਦਾਰਾਂ ਨੇ ਵੀ ਸੇਵਾ ਨਿਭਾਈ ਤੇ ਮਹਾਰਾਜਾ ਖੜਕ ਸਿੰਘ ਨੇ ਵੀ ਸੇਵਾ ਨਿਭਾਈ ਤੇ ਹੋਰ ਸਿੱਖ ਸਰਦਾਰਾਂ ਨੇ ਵੀ ਆਪਣੀ ਸੇਵਾ ਨਿਭਾਈ ਤੇ ਫਿਰ ਕਾਫੀ ਟਾਈਮ ਲਈ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਕੀਤੀ ਮਹੰਤਾਂ ਨੇ ਬਹੁਤ ਵਧੀਆ ਸੇਵਾ ਸੰਭਾਲ ਕੀਤੀ ਤੇ ਬਾਅਦ ਚੋਂ ਕਈ ਮਹੰਤਾਂ ਨੇ ਬਹੁਤ ਗੜਬੜੀਆਂ ਵੀ ਕੀਤੀਆਂ। ਅੰਗਰੇਜ਼ ਆਏ, ਅੰਗਰੇਜ਼ ਆਪ ਦਾ ਸਰਬਰਾਹ ਲਾ ਦਿੰਦੇ ਸੀਗੇ। ਸਿੱਖਾਂ ਕੋਲੋਂ ਇੱਕ ਵਾਰ ਫਿਰ ਉਹਨਾਂ ਦੇ ਮੁਕੱਦਸ ਸਥਾਨ ਦਾ ਪ੍ਰਬੰਧ ਚਲਾ ਗਿਆ। ਜੋ ਘਟਨਾਵਾਂ ਹਰਮੰਦਰ ਸਾਹਿਬ 'ਚ ਹੋ ਰਹੀਆਂ ਸੀਗੀਆਂ, ਸਿੱਖ ਬਹੁਤ ਨਿਰਾਸ਼ ਸੀਗੇ ਇਸ ਚੀਜ਼ ਤੋਂ ਤੇ ਇੱਕ ਵਾਰ ਫਿਰ ਇਸ ਪਵਿੱਤਰ ਸਥਾਨ ਲਈ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਗੁਰਦੁਆਰਾ ਸੁਧਾਰ ਲਹਿਰ ਚਲਾਈ ਜਾਂਦੀ ਆ ਤੇ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਇੱਕ ਵਾਰ ਫਿਰ ਸੇਵਾ ਸੰਭਾਲ ਆ ਜਾਂਦੀ ਆ ਸਿੱਖਾਂ ਦੇ ਕੋਲ ਤੇ ਆਖਰ ਇਸੇ ਹੀ ਲਹਿਰ ਚੋਂ ਅਕਾਲੀ ਦਲ ਦਾ ਜਨਮ ਹੁੰਦਾ ਹੈ ਤੇ 1925 ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੁੰਦਾ ਹੈ। ਉਸ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹਰਮੰਦਰ ਸਾਹਿਬ ਦੀ ਪੂਰੀ ਸੇਵਾ ਸੰਭਾਲ ਦੇਖ ਰਹੀ ਆ। ਉਸ ਤੋਂ ਬਾਅਦ ਆਉਂਦਾ ਹੈ 1984 ਦਾ ਉਹ ਕਾਲਾ ਦੌਰ ਜਦੋਂ ਭਾਰਤੀ ਹਕੂਮਤ ਆਪਰੇਸ਼ਨ ਬਲੂ ਸਟਾਰ ਦੇ ਤਹਿਤ ਹਰਮੰਦਰ ਸਾਹਿਬ ਤੇ ਹਮਲਾ ਕਰਦੀ ਆ। ਇਸ ਪਵਿੱਤਰ ਸਥਾਨ ਅੱਗੇ ਸਮੁੱਚੀ ਮਾਨਵਤਾ ਦਾ ਸਿਰ ਝੁਕਦਾ ਹੈ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਸੀਗਾ ਹਰਮੰਦਰ ਸਾਹਿਬ ਦਾ ਇਤਿਹਾਸ ਦੱਸਦਿਆਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕ ਆ। ਜੇ ਵੀਡੀਓ ਪਸੰਦ ਆਈ